ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਸਾਡੀ ਸੀਰੀਜ਼ ਟਰੈਪ ਦੇ ਵਿੱਚ। ਪਿਛਲੀ ਵਾਰੀ ਵਿਚਾਰ ਚੱਲਦੀ ਪਈ ਸੀ ਸ਼ਬਦ ਦੀ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਵਿਚਾਰ ਕੀਤੀ, ਸਮਝਣ ਦੀ ਕੋਸ਼ਿਸ਼ ਵੀ ਕੀਤੀ। ਜੋ ਬੇਸਿਕ ਸਾਡੇ ਆਗੂ ਵੱਲੋਂ ਜਾਂ ਪ੍ਰਚਾਰਕਾਂ ਵੱਲੋਂ ਇਹਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਤੂੰ ਪਰਮਾਤਮਾ ਨੂੰ ਆਪਣੇ ਅੰਦਰ ਹੀ ਖੋਜ। ਆਪਾਂ ਗੱਲ ਕੀਤੀ ਸੀ ਪਿਛਲੀ ਵਾਰ, ਥੋੜ੍ਹੀ ਜਿਹੀ ਗੱਲ ਰਹਿ ਗਈ ਸੀ, ਉਹ ਥੋੜ੍ਹਾ ਕੰਟੀਨਿਊ ਕਰਾਂਗਾ ਇਸ ਚੀਜ਼ ਬਾਰੇ। ਉਸ ਚੀਜ਼ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜੋ ਮੇਨ ਬੇਸਿਕ ਗੱਲ ਇਸ 'ਚ ਸਮਝਾਈ ਗਈ ਹੈ। ਜੋ ਪ੍ਰਚਾਰਕ ਸਮਝਾਉਂਦੇ ਨੇ ਕਿ ਆਪਣੇ ਅੰਦਰੋਂ ਰੱਬ ਨੂੰ ਖੋਜੋ, ਲੱਭੋ। ਠੀਕ ਹੈ, ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਕਿ ਜੋ ਤੁਸੀਂ ਵੀ ਕੁਛ ਵੀ ਕਰ ਰਹੇ ਹੋ, ਜੋ ਕੁਛ ਕਮਾ ਰਹੇ ਹੋ, ਖਾ ਰਹੇ ਹੋ, ਉਹ ਇੱਥੇ ਰਹਿ ਜਾਣਾ ਹੈ, ਤੁਹਾਡੇ ਨਾਲ ਉੱਪਰ ਕੁਛ ਨਹੀਂ ਜਾਣਾ। ਠੀਕ ਹੈ, ਪਰ ਐਕਚੁਅਲ ਕਨਸੈਪਟ ਇਹ ਨਹੀਂ ਹੈਗਾ। ਸਾਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਥੋੜ੍ਹਾ ਉਹਦੇ ਨਾਲ ਰਿਲੇਟ ਕਰਕੇ ਦੇਖਣਾ ਚਾਹੀਦਾ। ਠੀਕ ਹੈ, ਇਹ ਨਹੀਂ ਕਿ ਪ੍ਰਚਾਰਕ ਨੇ ਦੱਸਤਾ ਅਤੇ ਆਪਾਂ ਉਸੇ ਟਾਈਮ ਠੀਕ ਹੈ ਜੀ ਉਹਨਾਂ ਨੇ ਸਟੇਜ 'ਤੇ ਬੈਠ ਕੇ ਬੋਲਿਆ ਅਤੇ ਮਤਲਬ ਐਗਜ਼ੈਕਟਲੀ ਰਾਈਟ, ਇੱਦਾਂ ਤਾਂ ਹੋ ਨਹੀਂ ਸਕਦਾ। ਸਾਨੂੰ ਵਿਚਾਰਧਾਰਾ ਕਿਹਦੀ ਕਸੌਟੀ, ਕਿਸੇ ਚੀਜ਼ 'ਤੇ ਤਾਂ ਉਹਨੂੰ ਪਰਖਣਾ ਪਏਗਾ ਨਾ। ਉਹ ਕੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ, ਉਹਦੇ ਨਾਲ ਕੰਪੇਅਰ ਕਰੀਏ ਤਾਂ ਦੇਖੋ ਇੱਕ ਚੀਜ਼ ਤਾਂ ਸਭ ਨੂੰ ਪਤਾ ਹੈ, ਮਰਨ ਤੋਂ ਬਾਅਦ ਤਾਂ ਕੁਛ ਨਹੀਂ ਹੈ। ਇਹ ਕੋਈ ਅਨੋਖੀ ਗੱਲ ਉਸ ਟਾਈਮ ਵੀ ਨਹੀਂ ਸੀਗੀ ਅਤੇ ਹੁਣ ਵੀ ਨਹੀਂ ਹੈ। ਠੀਕ ਹੈ ਨਾ, ਕਿ ਮਰਨ ਤੋਂ ਬਾਅਦ ਸਭ ਕੁਝ ਇੱਥੇ ਰਹਿ ਜਾਂਦਾ, ਨਾਲ ਤਾਂ ਕੁਛ ਵੀ ਨਹੀਂ ਜਾਂਦਾ। ਠੀਕ ਹੈ, ਉਹ ਜੋ ਸਾਰੀ ਕਮਾਈ ਕੀਤੀ ਜਾਂਦੀ ਉਹ ਅਸੀਂ ਬੇਸ 'ਤੇ ਕੀਤੀ ਜਾਂਦੀ ਕਿ ਮਰਨ ਤੋਂ ਬਾਅਦ ਤੁਹਾਨੂੰ ਇਹ ਮਿਲੇਗਾ, ਉਹ ਮਿਲੇਗਾ। ਇਹ ਸਭ ਇਸ 'ਤੇ ਗੱਲ ਕਰਾਂਗੇ ਬਾਅਦ 'ਚੋਂ, ਪਰ ਜੋ ਬੇਸਿਕ ਹੈ ਇਸੇ ਚੀਜ਼ 'ਤੇ ਕਮਾਈ ਕੀਤੀ ਜਾ ਰਹੀ ਹੈ। ਗੁਰੂ ਪਾਤਸ਼ਾਹ ਇਹ ਗੱਲ ਨਹੀਂ ਕਹਿ ਰਹੇ, ਉੱਥੇ ਕਹਿ ਰਹੇ ਕਿ ਵੇਦ ਕਤੇਬ ਕਈ ਚੀਜ਼ਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਡੇ ਸਮਾਜ 'ਚ ਵੀ ਪੇਸ਼ ਕੀਤਾ ਜਾਂਦਾ ਹੈ। ਹਾਂ, ਤੁਸੀਂ ਮਰਨ ਤੋਂ ਬਾਅਦ ਜੋ ਹੈ ਰੱਬ ਕੋਲ ਸਵਰਗ 'ਚ ਜਾਣਾ ਹੈ, ਨਰਕ 'ਚ ਜਾਣਾ ਹੈ, ਇਹ ਚੀਜ਼ ਇਸ ਤਰ੍ਹਾਂ, ਇਸ ਚੀਜ਼ ਉਸ ਤਰ੍ਹਾਂ ਹੈ। ਮਤਲਬ ਹਰ ਚੀਜ਼ ਨੂੰ ਵਧਾ ਚੜ੍ਹਾ ਕੇ ਜੋ ਪੇਸ਼ ਕੀਤਾ ਜਾਂਦਾ ਹੈ, ਇਹ ਪੂਰਾ ਸਿਨੈਰੀਓ, ਇੰਨੇ ਤੀਰਥਾਂ 'ਤੇ ਜਾਓ, ਇੱਥੇ ਜਾ ਕੇ ਮੰਨਤਾਂ ਮੰਗੋ ਤਾਂ ਤੁਹਾਡਾ ਜੀਵਨ ਸਫਲ ਹੋ ਪਾਏਗਾ, ਇਹ ਚੀਜ਼ ਹੋ ਪਾਏਗੀ। ਮਤਲਬ ਇਹਨਾਂ ਚੀਜ਼ਾਂ ਨੂੰ ਇੰਨਾ ਵਧਾ ਚੜ੍ਹਾ ਕੇ ਜੋ ਦੱਸਿਆ ਜਾਂਦਾ ਹੈ, ਉਹ ਕਹਿੰਦੇ ਗਲਤ ਹੈ, ਇਹ ਚੀਜ਼ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਬਿਲਕੁਲ। ਬੰਦੇ ਖੋਜ ਦਿਲ ਹਰ ਰੋਜ਼, ਤੂੰ ਆਪਣੇ ਦਿਲ ਤੋਂ ਸੋਚ ਯਾਰ ਜ਼ਰਾ। ਉਹ ਕਹਿ ਰਹੇ ਕਿ ਆਪਣੇ ਦਿਲ ਤੋਂ ਸੋਚ, ਧਿਆਨ ਨਾਲ ਸੋਚ ਜ਼ਰਾ, ਇਹ ਚੀਜ਼ ਇੱਦਾਂ ਹੋ ਸਕਦਾ ਹੈ? ਇਹ ਚੀਜ਼ ਇੱਦਾਂ ਨਹੀਂ ਹੈ, ਇਹ ਕਨਸੈਪਟ ਇੱਦਾਂ ਨਹੀਂ ਹੈ। ਉਹ ਕਹਿ ਰਹੇ ਕਿ ਜੋ ਇਹ ਪੂਰੀ ਦੁਨੀਆ ਹੈ ਨਾ, ਇਹ ਸਹਿਰ ਮੇਲਾ, ਕਿ ਜੋ ਤੈਨੂੰ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਮਰਨ ਤੋਂ ਬਾਅਦ ਇੱਦਾਂ ਨਵਾਂ ਜਨਮ, ਤੇਰੇ ਕਰਮਾਂ ਦੇ ਫਲਾਂ ਦਾ ਇਹ ਹਿਸਾਬ ਕਿਤਾਬ, ਇੱਦਾਂ ਤੈਨੂੰ ਸਵਰਗ ਨਰਕ, ਇਹ ਕੁਛ ਨਹੀਂ ਹੈ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਜੋ ਕੁਛ ਕਰਨਾ ਤੂੰ ਇੱਥੇ ਜੀਵਨ 'ਚ ਹੀ ਕਰਨਾ ਹੈ। ਇਹ ਜੋ ਤੈਨੂੰ ਦੱਸਿਆ ਜਾ ਰਿਹਾ ਹੈ ਨਾ, ਇਹ ਦੁਨੀਆ ਸਹਿਰ ਮੇਲਾ, ਜੋ ਤੈਨੂੰ ਦੁਨੀਆ ਦਿਖਾਈ ਜਾ ਰਹੀ ਹੈ ਨਾ ਪੂਰੀ, ਇਹ ਸਹਿਰ ਮੇਲਾ ਹੈ। ਇੱਕ ਤਰ੍ਹਾਂ ਦੀ ਜਾਦੂਗਰੀ ਹੈ, ਇੱਕ ਤਰ੍ਹਾਂ ਦੀ ਮਤਲਬ ਭਰਮ ਦੀ ਦੁਨੀਆ, ਇੱਕ ਤਰ੍ਹਾਂ ਦੀ ਕੁਛ ਨਹੀਂ, ਐਕਚੁਅਲ ਨਹੀਂ ਹੈ, ਦਸਤਗੀਰੀ ਨਾ ਹੀ। ਜੋ ਤੂੰ ਪੜਚੋਲ ਕਰੇਗਾ ਨਾ, ਲਾਸਟ ਵਿੱਚ ਆ ਕੇ ਲੱਭੇਗਾ ਅਤੇ ਤੇਰੇ ਹੱਥ 'ਚ ਕੁਛ ਨਹੀਂ ਮਿਲਣਾ, ਤੈਨੂੰ ਇਹਦੇ ਵਿੱਚੋਂ ਤੈਨੂੰ ਕੁਛ ਨਹੀਂ ਮਿਲਣਾ। ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਇਹ ਪੂਰੇ ਸੰਸਾਰ ਦੀ ਗੱਲ ਨਹੀਂ ਹੋ ਰਹੀ। ਉਹ ਕਹਿ ਰਿਹਾ ਹੈ ਕਿ ਇਹ ਜੋ ਦੁਨੀਆ 'ਚ ਇਹ ਜਿਹੜੀ ਭਰਮ ਭੁਲੇਖੇ ਦੀ ਦੁਨੀਆ ਤੈਨੂੰ ਪਾਇਆ ਹੋਇਆ ਹੈ ਨਾ, ਇਹ ਦੁਨੀਆ ਸਹਿਰ ਮੇਲਾ ਹੈ, ਇਹ ਭਰਮ ਦੀ ਦੁਨੀਆ ਹੈ। ਐਕਚੁਅਲਿਟੀ ਇੱਦਾਂ ਦੀ ਨਹੀਂ ਹੈ ਕਿ ਉਹਨੂੰ ਜਾ ਕੇ ਪੂਜ ਲਾ ਅਤੇ ਤੇਰਾ ਜੀਵਨ ਸਫਲ ਹੋ ਜਾਏਗਾ, ਜਾਂ ਉੱਥੇ ਜਾ ਕੇ ਮੱਥੇ ਟੇਕ ਲਾ ਤੇਰਾ ਜੀਵਨ ਸਫਲ ਹੋ ਜਾਏਗਾ, ਜਾਂ ਮਰਨ ਤੋਂ ਬਾਅਦ ਤੂੰ ਉੱਥੇ ਜਾ ਕੇ ਸਵਰਗ ਮਿਲ ਜਾਏਗਾ। ਉਹ ਸਾਡੇ 'ਚ ਕੀ, ਉੱਥੇ ਜਾ ਕੇ ਸੱਚਖੰਡ ਮਿਲ ਜਾਏਗਾ। ਇਹ ਗੁਰਬਾਣੀ ਸਿਰਫ ਦੂਸਰਿਆਂ ਵਾਸਤੇ ਨਹੀਂ, ਸਾਡੇ ਵਾਸਤੇ ਨਾ ਆਪਣੇ ਆਪ 'ਤੇ ਰੱਖ ਕੇ ਦੇਖਣਾ ਪਏਗਾ ਸਾਨੂੰ। ਹੈ ਤਾਂ ਉਹ ਜੋ ਸਹਿਰ ਮੇਲੇ ਦੀ ਗੱਲ ਹੋ ਰਹੀ ਹੈ, ਉਹ ਇਸ ਸੰਸਾਰ ਦੀ ਨਹੀਂ। ਉਹ ਜੋ ਇਹ ਭਰਮ ਭੁਲੇਖੇ ਪਾਏ ਜਾ ਰਹੇ ਹੈ, ਉਸ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਬਾਅਦ 'ਚ ਤੂੰ ਲਾਸਟ ਦੇਖੇਗਾ ਕਿ ਤੈਨੂੰ ਬੇਵਕੂਫ ਬਣਾ ਦਿੱਤਾ ਗਿਆ ਹੈ, ਪੂਰੀ ਜੋ ਜ਼ਿੰਦਗੀ ਖਤਮ ਹੋ ਜਾਏਗੀ ਕਿ ਹਾਂ ਕਿ ਮੈਂ ਤਾਂ ਕਦੇ ਇੱਧਰ ਜਾਂਦਾ ਰਿਹਾ, ਕਦੇ ਉੱਧਰ ਜਾਂਦਾ ਰਿਹਾ, ਕੁਛ ਨਹੀਂ ਮਿਲਿਆ ਲਾਸਟ ਵਿੱਚ। ਅਤੇ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਸਾਨੂੰ। ਗੁਰਬਾਣੀ ਨੂੰ ਸਹੀ ਤਰੀਕੇ ਨਾਲ, ਸਹੀ ਕਸਵੱਟੀ 'ਤੇ ਲਗਾ ਕੇ ਸਮਝਣ ਦੀ ਜ਼ਰੂਰਤ ਹੈ, ਨਾ ਕਿ ਸਿਰਫ ਜੋ ਸਟੇਜਾਂ 'ਤੇ ਉਹਨਾਂ ਨੇ ਬੈਠ ਕੇ ਬੋਲ ਦਿੱਤਾ, ਜਾਂ ਉਹ ਤਾਂ ਉਹਨਾਂ ਦੀ ਕਮਾਈ ਦਾ ਸਾਧਨ ਆਪਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ।
ਸਾਨੂੰ ਆਪ ਸਟੈਂਡ ਲੈਣਾ ਪਏਗਾ, ਕਿਉਂਕਿ ਹਜੇ ਤੱਕ ਨਹੀਂ ਕੋਈ ਦੱਸਦਾ ਰਿਹਾ ਸਾਨੂੰ ਆਪ ਹੀ ਖੜੇ ਹੋ ਕੇ ਸਾਨੂੰ ਆਪ ਹੀ ਸਮਝਣਾ ਪਏਗਾ। ਦੂਜੇ ਦੇ ਭਰੋਸੇ ਨਹੀਂ ਬਹਿਣਾ ਪਏਗਾ। ਜ਼ਰੂਰਤ ਵੀ ਨਹੀਂ ਹੈ ਨਾ, ਕਿਉਂ? ਸਾਡੇ ਕੋਲ ਕਸਵੱਟੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਦੀ, ਜਿਸ 'ਚ ਸਾਰੇ ਗੁਰੂ ਚੱਲੇ। ਦਿੱਕਤ ਸਿਰਫ ਉੱਥੇ ਆ ਜਾਂਦੀ ਹੈ ਜਦੋਂ ਆਪਾਂ ਉਹਨਾਂ ਨੂੰ ਇੱਕ ਰੱਬ ਦਾ ਰੂਪ ਮੰਨ ਕੇ ਚੱਲਦੇ ਹਾਂ। ਉਹਨਾਂ ਨੂੰ ਇੰਨਾ ਉੱਚਾ ਚੜ੍ਹਾ ਕੇ ਇਸ ਤਰ੍ਹਾਂ ਜਗ੍ਹਾ 'ਤੇ ਜਾ ਕੇ ਬਿਠਾ ਦਿੱਤਾ ਕਿ ਉਹ ਕਹਿ ਜਾਂਦਾ, ਪੁਜਾਰੀ ਕਹਿੰਦਾ ਕਿ ਤੁਸੀਂ ਉਹਦੇ ਬਰਾਬਰ ਨਹੀਂ ਬੈਠ ਸਕਦੇ ਜਾ ਕੇ। ਹੱਦ ਹੋ ਗਈ। ਪਰ ਉਹ ਤਾਂ ਸਾਰੀ ਜ਼ਿੰਦਗੀ ਸਾਨੂੰ ਭਾਈ ਕਹਿੰਦੇ ਰਹੇ, ਭਰਾ ਕਹਿੰਦੇ ਰਹੇ। ਭਾਈ ਉਹ ਭਰਾ ਦਾ ਮਤਲਬ ਕਿ ਜੋ ਬਰਾਬਰ ਜਾ ਕੇ ਉਹ ਬੈਠ ਸਕੇ, ਗੱਲ ਕਰ ਸਕੇ। ਉਹ ਕਹਿੰਦੇ ਤੂੰ ਵੀ ਇਹੋ ਜਿਹਾ ਜੀਵਨ ਜੀ ਸਕਦਾ ਹੈ, ਤੂੰ ਵੀ ਕਰ ਸਕਦਾ ਹੈ। ਸਮਝਣ ਦੀ ਜ਼ਰੂਰਤ ਹੈ, ਸਿਰਫ ਆਪਣੇ ਦਿਮਾਗ ਨੂੰ ਖੋਲ੍ਹਣ ਦੀ, ਸਮਝਣ ਦੀ, ਹੋਰ ਕੁਛ ਨਹੀਂ ਹੈ। ਇਹ ਬੇਵਕੂਫੀ ਭਰੀਆਂ ਜ਼ਿੰਦਗੀ ਗੱਲਾਂ ਨੂੰ ਛੱਡ ਦੇਵੋ। ਵਿਚਾਰ ਕਰ ਲਓ, ਠੀਕ ਹੈ? ਵਿਚਾਰ ਕਰੋ। ਕੋਈ ਦੱਸ ਰਿਹਾ ਤੁਹਾਨੂੰ ਕਿ ਉਹ ਕਸਵੱਟੀ 'ਤੇ ਖਰਾ ਉਤਰਦਾ ਹੈ ਕਿ ਨਹੀਂ ਉਤਰਦਾ। ਇਹ ਚੀਜ਼ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਤਰ੍ਹਾਂ ਇੱਕ ਹੋਰ ਨਾਲ ਸ਼ਬਦੀ ਵਿਚਾਰ ਕਰਦੇ ਪਏ ਹਾਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜਿਉ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਠੀਕ ਹੈ ਨਾ? ਇਸ ਸੱਚੇ ਪਾਤਸ਼ਾਹ ਕਹਿੰਦੇ ਯਾਰ ਤੂੰ ਤੇ ਉਹਦਾ ਸਰੂਪ ਹੈ। ਤੂੰ ਆਪ ਕਹਿੰਦੇ ਪਰਮਾਤਮਾ ਹਰ ਜਗ੍ਹਾ ਹੈ, ਠੀਕ ਹੈ? ਆਪਾਂ ਵੀ ਉਹਦਾ ਪਾਰਟ ਹੈ, ਉਹਦਾ ਹੀ ਹਿੱਸਾ ਹੈ। ਉਹਦੀ ਸੱਤਾ ਨਾਲ ਹੀ ਚੱਲਦੇ ਪਏ ਹਾਂ। ਉਹੀ ਪਾਵਰ ਚੱਲਦੀ ਪਈ ਹਰ ਜਗ੍ਹਾ, ਇੱਕੋ ਹੀ ਪਾਵਰ ਹੈ। ਉਹ ਹਰ ਇੱਕ ਦੂਜੇ ਨੂੰ ਵੀ ਉਹੀ ਚਲਾ ਰਹੀ, ਸਾਨੂੰ ਵੀ ਉਹੀ ਚਲਾ ਰਹੀ ਹੈ। ਠੀਕ ਹੈ? ਉਹਨੂੰ ਸਮਝਣ ਵਾਸਤੇ ਜੋ ਸਾਨੂੰ ਦਿਮਾਗ ਦਿੱਤਾ ਗਿਆ ਉਹਦੀ ਤੂੰ ਯੂਜ਼ ਕਰਨਾ ਹੈ। ਉਹ ਕਹਿ ਰਹੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਆਪਣੇ ਬੇਸ ਨੂੰ ਪਛਾਣ, ਤੂੰ ਹੈ ਕੌਣ? ਇਹ ਤੂੰ ਇੱਧਰ ਉੱਧਰ ਦੇ ਕੰਮਾਂ 'ਚ ਲੱਗਾ ਹੋਇਆ, ਬੇਕਾਰ ਦੇ ਬੇਵਕੂਫ ਬਣਾਏ। ਕੋਈ ਇੱਧਰ ਜਾ ਕੇ ਮੱਥੇ ਟੇਕਣ ਦਾ, ਉੱਧਰ ਜਾ ਕੇ ਇਸ਼ਨਾਨ ਕਰਨ ਦਾ, ਠੀਕ ਹੈ? ਉਹ ਤੀਰਥਾਂ 'ਤੇ ਜਾਣ ਦਾ, ਆਪਾਂ ਵੀ ਆਪਣੇ ਤੀਰਥ ਬਣਾ ਲਿੱਤੇ ਹੋਏ ਆ, ਠੀਕ ਹੈ? ਅਤੇ ਆਹ ਜਗ੍ਹਾ ਜਗ੍ਹਾ ਜਾ ਕੇ ਜੋ ਤੂੰ ਕਰਦਾ ਪਿਆ ਨਾ, ਉਹ ਚੀਜ਼, ਉਹ ਤੇਰਾ ਮੋਟਿਵ ਉਹ ਨਹੀਂ ਹੈ, ਤੇਰਾ ਟਾਰਗੇਟ ਉਹ ਨਹੀਂ ਹੈ ਲਾਈਫ ਦਾ। ਤੂੰ ਆਪਣੇ ਆਪ ਨੂੰ ਉੱਚਾ ਚੁੱਕਣਾ, ਆਪਣੇ ਸਮਾਜ ਨੂੰ ਉੱਚਾ ਚੁੱਕਣਾ ਹੈ, ਸਮਾਜ ਨੂੰ ਸੁਧਾਰਨਾ ਹੈ। ਇਹ ਤੇਰਾ ਮੇਨ ਮੋਟਿਵ ਹੈ, ਉਸ 'ਤੇ ਤੂੰ ਕੰਮ ਕਰਨਾ ਹੈ। ਤੂੰ ਪਰਮਾਤਮਾ ਦਾ ਰੂਪ ਹੈ, ਆਪਣਾ ਮੂਲ 'ਤੇ ਪਛਾਣ। ਮਨ ਹਰ ਜਿਉ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਗੁਰਮਤੀ ਯਾਨੀ ਕਿ ਜੋ ਸ਼ਬਦ ਗੁਰੂ ਸੁਰਤੁ ਚੇਲਾ ਦੀ ਗੱਲ ਕੀਤੀ ਗਈ ਸੀ, ਜੋ ਗੁਰੂ ਨਾਨਕ ਪਾਤਸ਼ਾਹ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਠੀਕ ਹੈ ਨਾ? ਮਤਲਬ ਕਿ ਜੋ ਤਰਕ ਵਿਚਾਰ ਰਹੇ ਉਹੀ ਗੁਰੂ ਹੈ। ਕਿ ਇੱਕ ਤਰਕ 'ਤੇ ਹੋਣਾ ਚਾਹੀਦਾ ਕਿਸੇ ਚੀਜ਼ ਨੂੰ। ਤੁਸੀਂ ਇੱਦਾਂ ਕਹਿ ਰਹੇ ਹੋ, ਇੱਦਾਂ ਕਿੱਦਾਂ ਹੈ, ਠੀਕ ਹੈ? ਉਸ ਤਰਕ 'ਤੇ ਉਹ ਗੁਰਮਤੀ, ਉਸ ਜੋ ਗੁਰਮਤ, ਉਹ ਚੀਜ਼ ਨੂੰ ਗੁਰਮਤ ਬੋਲਿਆ ਗਿਆ ਹੈ, ਉਸ ਤਰਕ ਵਿਚਾਰ ਨੂੰ ਗੁਰਮਤ ਬੋਲਿਆ ਗਿਆ ਹੈ। ਤੂੰ ਉਹਦੀ ਕਸਵੱਟੀ 'ਤੇ ਜਦ ਜੀਵਨ ਸਮਝੇ, ਗੱਲਾਂ ਨੂੰ ਪਰਖੇਗਾ, ਤਾਂ ਤੈਨੂੰ ਸਮਝ ਆਏਗੀ, ਤਾਂ ਤੂੰ ਰੰਗ ਮਾਣ ਸਕੇਗਾ, ਤਾਂ ਤੂੰ ਖੁਸ਼ ਰਹਿ ਸਕੇਗਾ। ਫਿਰ ਤੈਨੂੰ ਪਤਾ ਲੱਗੇਗਾ ਕਿ ਹਾਂ ਇਹ ਚੀਜ਼ ਇੱਦਾਂ ਨਹੀਂ ਹੈ। ਕਿਉਂ ਨਹੀਂ? ਤਾਂ ਇੱਕ ਜਗ੍ਹਾ ਜਾਓਗੇ, ਉੱਥੇ ਗੱਲ ਪੂਰੀ ਨਹੀਂ, ਇੱਥੇ ਜਾ ਕੇ ਮੱਥਾ ਟੇਕਤਾ, ਗੱਲ ਪੂਰੀ ਨਹੀਂ ਹੋਈ ਸਾਡੀ, ਠੀਕ ਹੈ? ਫਿਰ ਦੁਖੀ, ਉੱਧਰ ਜਾ ਕੇ ਕਰ ਲਿਆ ਦੁਖੀ। ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਹਮੇਸ਼ਾ ਦੂਜੀ ਜਗ੍ਹਾ ਹੀ ਡਿਪੈਂਡ ਰਹੇ। ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਖੜਾ ਕਰ ਦਿੱਤਾ ਗਿਆ ਸਾਡੇ ਇਸ ਹਿਸਾਬ ਨਾਲ ਕਿ ਆਪਾਂ ਜੋ ਗੱਲ ਉਹਦੇ ਉੱਤੇ ਰੱਬ ਨੇ ਨਹੀਂ ਕੀਤਾ ਪਾਉਣ ਵਾਸਤੇ। ਪਰ ਰੱਬ ਤਾਂ ਸਾਡੇ ਵਿੱਚ ਹੈ, ਸਾਨੂੰ ਆਪ ਕਰਨਾ ਪਏਗਾ ਨਾ, ਸਾਨੂੰ ਆਪ ਸਟੈਂਡ ਲੈਣਾ ਹੈ। ਇਹ ਚੀਜ਼ ਤਾਂ ਉਹਨਾਂ ਨੇ ਦੱਸੀ ਗਈ ਹੈ। ਉਹ ਇਸ ਹਿਸਾਬ ਨਾਲ ਸਮਝਾਉਂਦੇ ਆ ਕਿ ਰੱਬ ਕੀ ਹੈ, ਕੋਈ ਅਲੱਗ ਤੋਂ ਵੱਖਰਾ ਜਾ ਕੇ ਲੱਭਣ ਦੀ ਲੋੜ ਨਹੀਂ ਹੈ ਉਹਨੂੰ। ਇਹ ਚੀਜ਼ ਸਾਨੂੰ ਸਮਝਣੀ ਪਏਗੀ, ਇਹ ਚੀਜ਼ ਮੰਨਣੀ ਪਏਗੀ। ਅੱਗੇ ਕਹਿੰਦੇ ਨੇ ਮੂਲ ਪਛਾਣੋ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਝੀ ਹੋਈ। ਠੀਕ ਹੈ? ਮੂਲ ਪਛਾਣ ਲਿਆ ਤਾਂ ਪਤਾ ਲੱਗ ਜਾਏਗਾ ਮਰਨਾ ਕੀ ਹੈ, ਜੀਣਾ ਕੀ ਹੈ, ਇਹ ਤੁਹਾਨੂੰ ਸਮਝ ਆ ਜਾਏਗੀ। ਫਿਰ ਇਹ ਨਹੀਂ ਹੋਏਗਾ ਕਿ ਮਰਨ ਤੋਂ ਬਾਅਦ ਆਪਾਂ ਸੱਚਖੰਡ ਜਾਣਾ ਹੈ ਜਾਂ ਸਵਰਗ 'ਚ ਜਾਣਾ ਹੈ। ਫਿਰ ਇਹ ਚੀਜ਼ ਨਹੀਂ ਰਹਿ ਜਾਏਗੀ। ਫਿਰ ਐਕਚੁਅਲ 'ਚ ਜੀਣਾ ਕੀ ਹੈ, ਐਕਚੁਅਲ 'ਚ ਮਰਨਾ ਕੀ ਹੈ। ਇਹ ਜੋ ਬੇਕਾਰ ਦੀ ਵਿਚਾਰਧਾਰਾ 'ਚ ਲੱਗੇ, ਇਹ ਮਰਨਾ ਹੀ ਹੈ। ਐਕਚੁਅਲ 'ਚ ਜੀਣਾ ਕੀ ਹੈ, ਆਪਣੇ ਆਪ ਨੂੰ ਸਟੈਂਡ ਲੈ ਕੇ ਉੱਚਾ ਚੁੱਕਣਾ, ਖੜਾ ਕਰਨਾ, ਆਪਣੇ ਸਮਾਜ ਨੂੰ ਉੱਚਾ ਚੁੱਕਣਾ, ਨਾਲ ਇਹ ਜੀਣਾ ਹੈਗਾ। ਇਸ ਚੀਜ਼ ਦੀ ਗੱਲ ਕੀਤੀ ਗਈ ਹੈ। ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਉ ਨਾਹੀ ਹੋਈ। ਠੀਕ ਹੈ? ਗੁਰ ਪ੍ਰਸਾਦੀ ਮਤਲਬ ਸਮਝ ਆ ਗਈ, ਫਿਰ ਦੂਜੇ ਦਾ ਸਾਨੂੰ ਕੋਈ
ਦੂਜੇ ਦਾ ਡਰ ਹੀ ਖਤਮ ਹੋ ਜਾਂਦਾ ਕਿ ਕੋਈ ਹੋਰ ਦੂਜੀ ਚੀਜ਼ ਵੀ ਹੈ ਪਰਮਾਤਮਾ ਤੋਂ ਇਲਾਵਾ। ਇਹ ਚੀਜ਼ ਸਮਝ ਹੈ ਕਿ ਆਪਾਂ ਹੀ ਉਹਦੀ ਅੰਸ਼ ਹੈ, ਹਰ ਜਗ੍ਹਾ ਉਹੀ ਹੈ। ਆਪਾਂ ਜੋ ਕਰਨਾ ਹੈ ਆਪਣੀ ਸਮਝ ਦੇ ਨਾਲ ਸਹੀ ਡਿਸੀਜ਼ਨ ਲੈ ਕੇ ਕਰਨਾ, ਉਹ ਆਪ ਹੀ ਕਰਨਾ ਹੈ। ਕਿੱਥੇ ਜਾ ਕੇ ਮੱਥਾ ਟੇਕਣ ਨਾਲ, ਕਿਤੇ ਇਸ਼ਨਾਨ ਕਰਨ ਨਾਲ, ਕਿਤੇ ਪ੍ਰਸ਼ਾਦ ਚੜ੍ਹਾ ਦੇਣ ਨਾਲ ਸਾਡੀ ਮਨੋਕਾਮਨਾ ਪੂਰੀ ਨਹੀਂ ਹੁੰਦੀ। ਜੋ ਤੁਸੀਂ ਸੋਚਿਆ, ਜੋ ਤੁਸੀਂ ਆਪਣਾ ਟਾਰਗੇਟ, ਜੋ ਆਪਣਾ ਵਿਚਾਰ ਰੱਖਿਆ ਹੈ, ਜੋ ਤੁਸੀਂ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਆਪ ਹੀ ਸਟੈਂਡ ਲੈਣਾ ਪਏਗਾ। ਆਪ ਹੀ ਉਹਦੇ ਵਾਸਤੇ ਕੋਈ ਨਾ ਕੋਈ ਕਦਮ ਚੁੱਕਣੇ ਪੈਣਗੇ। ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਵਾ ਪਰਵਾਨ, ਇਹੋ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਠੀਕ ਹੈ ਨਾ। ਅਤੇ ਸਮਝ ਆ ਜਾਏਗੀ ਤੁਹਾਨੂੰ, ਆਪਣੇ ਆਪ ਹੀ ਖੁਸ਼ੀਆਂ ਮਿਲਣਗੀਆਂ ਜਦੋਂ ਆਪ ਆਪਣਾ ਸਟੈਂਡ ਆਪ ਲੈਣਾ ਸ਼ੁਰੂ ਕਰ ਦਾਂਗੇ ਨਾ। ਦੂਜੇ 'ਤੇ ਥੋਪਣਾ ਬੰਦ ਕਰ ਦਾਂਗੇ। ਪਤਾ ਹੋਏਗਾ ਕਿ ਹਾਂ ਇਹ ਚੀਜ਼ ਆਪਾਂ ਆਪ ਹੀ ਕਰਨੀ ਹੈ, ਆਪ ਹੀ ਸਮਝਣਾ ਇਸ ਚੀਜ਼ ਨੂੰ। ਦੂਜੇ 'ਤੇ ਥੋਪਣਾ ਜਦੋਂ ਬੰਦ ਕਰ ਦਾਂਗੇ ਨਾ, ਉਦੋਂ ਸਾਨੂੰ ਸਟੈਂਡ ਲੈਣਾ ਵੀ ਆ ਜਾਏਗਾ, ਜ਼ਿੰਮੇਵਾਰੀ ਲੈਣੀ ਆ ਜਾਏਗੀ। ਆਪਾਂ ਤਾਂ ਕੁਝ ਗਲਤ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਦੂਜੇ 'ਤੇ ਥੋਪ ਦਿੰਦੇ ਹਾਂ, ਬੜਾ ਆਸਾਨ ਹੋ ਜਾਂਦਾ ਹੈ। ਠੀਕ ਹੈ, ਆਪਣੀ ਗਲਤੀ ਮੰਨਣ ਦੀ ਦਿੱਕਤ ਹੋ ਜਾਂਦੀ ਹੈ ਨਾ। ਠੀਕ ਹੈ, ਅਤੇ ਇਹ ਚੀਜ਼ ਹੈ, ਇਹ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਸਾਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਦੀ ਹੈ। ਨਾ ਕਿ ਕੋਈ ਸਵਰਗ ਨਰਕ, ਸੱਚਖੰਡ, ਉਹ ਸਾਡੀ ਅਵਸਥਾਵਾਂ ਹੈ, ਸਾਡੀ ਸਮਝ ਦੀਆਂ ਅਵਸਥਾਵਾਂ ਹੈ। ਆਪਾਂ ਕਿਸ ਹਿਸਾਬ ਨਾਲ ਕਿੱਥੇ, ਉਹ ਬਾਹਰ ਦੇ ਸ਼ਬਦਾਂ ਨੂੰ ਲੈ ਕੇ ਉਹ ਜੀਵਨ ਦੀ ਅਵਸਥਾ ਦੀ ਗੱਲ ਕੀਤੀ ਜਾਂਦੀ। ਉੱਥੇ ਵਰਡ ਤਾਂ ਉਹੀ ਯੂਜ਼ ਕੀਤੇ ਜਾਣਗੇ ਨਾ ਜੋ ਆਮ ਭਾਸ਼ਾ ਦੇ ਵਿੱਚ ਯੂਜ਼ ਕੀਤੇ ਜਾਂਦੇ ਹੈ। ਬੰਦੇ ਖੋ ਦਿਲ ਤੇ ਕੋਈ ਦਿਲ ਖੋਜਣਾ ਕੀ ਮਤਲਬ, ਦਿਲ ਤਾਂ ਕੋਈ ਐਸਾ ਕੰਮ ਨਹੀਂ ਕਰਦਾ ਨਾ। ਦਿਲ ਦਾ ਕੰਮ ਤਾਂ ਆਪਣਾ ਸਿਰਫ ਬਲੱਡ ਨੂੰ ਪੰਪ ਕਰਨਾ ਹੈ। ਕੋਈ ਦਿਲ ਤੋਂ ਕੋਈ ਸੋਚਦਾ ਥੋੜ੍ਹੀ ਹੈ, ਸੋਚਦਾ ਕਿੱਥੋਂ, ਦਿਮਾਗ ਤੋਂ ਹੀ ਸੋਚਦਾ ਹੈ ਨਾ। ਮਨ ਕੋਈ ਅਲੱਗ ਚੀਜ਼ ਤਾਂ ਹੈ ਨਹੀਂ। ਵਿਚਾਰ ਜੋ ਸਾਡੇ ਦਿਮਾਗ ਤੋਂ ਉਤਪੰਨ ਹੁੰਦੇ ਹੈ, ਉਹਨੂੰ ਉਹ ਉਸੇ 'ਚ ਹੀ ਮਨ ਕੰਮ ਕਰ ਰਿਹਾ, ਕੋਈ ਅਲੱਗ ਚੀਜ਼ ਥੋੜ੍ਹੀ ਹੈਗੀ। ਉਹ ਸਭ ਕੁਝ ਦਿਮਾਗ ਦੇ ਅੰਦਰ ਹੀ ਚੱਲ ਰਿਹਾ। ਤਾਂ ਇਸ ਤਰ੍ਹਾਂ ਜੋ ਦਿਲ ਖੋਜਣ ਦੀ ਗੱਲ ਹੈ, ਦਿਲ ਖੋਜ ਕੇ ਮਤਲਬ ਇਹ ਥੋੜ੍ਹੀ ਕਿ ਬਲੱਡ ਕਿੱਦਾਂ ਪੰਪ ਕਰ ਰਿਹਾ, ਉਸ ਚੀਜ਼ ਦੀ ਗੱਲ ਥੋੜ੍ਹੀ ਕਰਨੀ ਆਪਾਂ। ਸਮਝ ਦੀ ਗੱਲ ਹੋ ਰਹੀ ਤਾਂ ਉਹ ਸਿਰਫ ਦਿਮਾਗ ਦੇ ਵਿੱਚ ਹੈ। ਉਹ ਵਰਡ ਜੋ ਹੈ ਆਸ-ਪਾਸ ਦੇ ਉਸ ਤਰ੍ਹਾਂ ਦੇ ਯੂਜ਼ ਕੀਤੇ ਜਾਂਦੇ, ਉਹ ਚੱਲ ਰਹੇ ਹੁੰਦੇ ਹੈ। ਠੀਕ ਹੈ, ਤਾਂ ਇਸ ਕਰਕੇ ਜੋ ਸੱਚਖੰਡ ਵਰਡ ਯੂਜ਼ ਕੀਤੇ ਗਏ ਨੇ, ਜੀਵਨ ਮਰਨ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਉਹ ਕੋਈ ਐ ਨਹੀਂ ਹੈ ਕਿ ਸਵਰਗ ਨਰਕ ਮਿਲਣ ਦੀ ਗੱਲ ਜੋ ਹੈ ਇਸ ਹਿਸਾਬ ਨਾਲ ਨਹੀਂ ਹੈਗੀ ਕਿ ਮਰਨ ਤੋਂ ਬਾਅਦ ਉਹ ਕਹਿੰਦੇ ਪਤਾ ਹੀ ਨਹੀਂ ਕੌਣ ਕਿੱਥੇ ਜਾ ਰਿਹਾ ਹੈ। ਜੋ ਕੁਛ ਹੈ ਸਿਰਫ ਜੀਵਨ ਤੱਕ ਹੈ, ਮਰਨ ਤੋਂ ਬਾਅਦ ਕੁਛ ਨਹੀਂ ਹੈ। ਇਸ ਕਰਕੇ ਜੋ ਕਰਨਾ ਹੈ ਸਿਰਫ ਜੀਣ ਤੱਕ ਹੀ ਹੋ ਸਕਦਾ ਹੈ ਤੁਹਾਡੇ, ਉਸ ਤੋਂ ਬਾਅਦ ਕੁਛ ਨਹੀਂ ਹੈ। ਇਹ ਚੀਜ਼ ਸਾਨੂੰ ਸਮਝਣੀ ਪਏਗੀ। ਦਿਲ ਖੋਜਣਾ ਮਤਲਬ ਆਪਣੀ ਸਮਝਣਾ, ਐ ਨਹੀਂ ਕਿ ਜੋ ਬੈਠ ਗਿਆ ਉਹਨੂੰ ਕਸਵੱਟੀ 'ਤੇ ਲਾਓ, ਗੁਰਮਤਿ ਦੇ ਹਿਸਾਬ ਨਾਲ ਯੂਜ਼ ਤੇ ਕਰੋ ਉਹਨੂੰ। ਕਨਸੈਪਟ ਕੀ ਹੈ ਸਾਡਾ ਸਿੱਖੀ ਦਾ? ਭੜਕ ਜਾਣਾ, ਮਾਰ ਦੇਣਾ, ਲੜਾਈ ਕਰ ਲੈਣੀ ਈਜ਼ੀ ਹੈ ਧਰਮ ਦੇ ਨਾਮ 'ਤੇ। ਸਿਰਫ ਲੋਕਾਂ ਨੂੰ ਅੱਗੇ ਕਰਕੇ ਉਹ ਕੰਮ ਕਰਵਾ ਦਿੱਤੇ ਜਾਂਦੇ, ਆਗੂ ਨਹੀਂ ਕਦੀ ਕਰਦੇ ਉਸ ਚੀਜ਼ ਨੂੰ। ਕੋਈ ਵੀ ਮੁੱਦਾ ਹੈ, ਭਾਵੇਂ ਅੱਜ ਕੱਲ੍ਹ ਜੋ ਕਿਸਾਨਾਂ ਦਾ ਮੁੱਦਾ, ਉੱਥੇ ਵੀ ਉਹੀ ਚੀਜ਼ ਯੂਜ਼ ਕੀਤੀ ਜਾ ਰਹੀ ਹੈ। ਕੋਈ ਆਗੂ ਅੱਗੇ ਆ ਕੇ ਨਹੀਂ ਗੱਲ ਕਰੇਗਾ, ਕੌਣ ਮਰੇਗਾ? ਕਿਸਾਨ। ਸਮਝਣ ਦੀ ਗੱਲ ਹੈ, ਕਿਹਨੂੰ ਸਟੈਂਡ ਲੈਣਾ ਪਏਗਾ। ਸ਼ਬਦਾਂ ਨੂੰ ਸੰਕੋਚਦੇ ਹਾਂ। ਮਿਲਦੇ ਹਾਂ ਆਪਣੀ ਅਗਲੀ ਸੀਰੀਜ਼ ਦੇ ਵਿੱਚ, ਫਿਰ ਅੱਗੇ ਹੋਰ ਗੱਲ ਕਰਾਂਗੇ। ਦਵੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।